ਰਿਤੋਬਾ ਦਰਸ਼ਕਾਂ ਦਾ ਸਵਾਗਤ ਹੈ। ਲਗਾਤਾਰ ਅਸੀਂ ਚਰਚਾ ਕਰ ਰਹੇ ਹਾਂ। ਅੱਜ ਲੋਕ ਸਭਾ ਸੈਸ਼ਨ ਦੇ ਵਿੱਚ ਜੋ ਕੁਝ ਹੋਇਆ, ਲੋਕ ਸਭਾ ਦਾ ਮੌਨਸੂਨ ਸੈਸ਼ਨ ਚੱਲ ਰਿਹਾ, ਉਸ ਦੇ ਵਿੱਚ ਇੱਕ ਸਵਾਲ ਆਇਆ ਜਿਸ ਦੇ ਜਵਾਬ ਦੇ ਵਿੱਚ ਸਰਕਾਰ ਨੇ ਕਿਹਾ ਕਿ ਉਹਨਾਂ ਦੇ ਕੋਲ ਕੋਈ ਆંકੜਾ ਨਹੀਂ ਹੈ ਕਿਸਾਨਾਂ ਦੀ ਜਾਨ ਗਈ ਦਾ, ਔਰ ਉਸ ਦਾ ਮੁਆਵਜ਼ਾ ਕਿਸ ਤਰੀਕੇ ਨਾਲ ਸਰਕਾਰ ਦੇਵੇ। ਇਸ ਦੇ ਨਾਲ ਇੱਕ ਜ਼ਿਕਰ ਹੋਰ ਹੋਇਆ ਜਿਹੜਾ ਧਾਰਨੀ ਸਾਹਿਬ ਬ੍ਰੇਕ ਤੋਂ ਪਹਿਲਾਂ ਕਰ ਰਹੇ ਸੀ ਕਿ ਸਰਕਾਰ ਨੇ ਇਹ ਵੀ ਕਿਹਾ ਕਿ ਜਿਹੜੀ PM ਕਿਸਾਨ ਨਿਧੀ ਯੋਜਨਾ ਹੈ ਉਸ ਦੇ ਵਿੱਚ ਗਲਤ ਤਰੀਕੇ ਨਾਲ ਕਿਸਾਨਾਂ ਦੇ ਖਾਤੇ 'ਚ ਪੈਸੇ ਗਏ ਨੇ। ਕਰੀਬ 5 ਲੱਖ ਤੋਂ ਜ਼ਿਆਦਾ ਕਿਸਾਨਾਂ ਦਾ, ਪੰਜਾਬ ਦੇ ਕਿਸਾਨਾਂ ਦੀ ਫਿਗਰ ਦਿੱਤੀ ਗਈ ਹੈ ਔਰ ਸਰਕਾਰ ਨੇ ਕਿਹਾ ਕਿ ਉਹਨਾਂ ਤੋਂ ਪੈਸੇ ਵਾਪਸ ਕਰਾਏ ਜਾਣਗੇ। ਸਰੀਨ ਸਾਹਿਬ ਮੇਰਾ ਤੁਹਾਡੇ ਤੋਂ ਸਵਾਲ ਹੈ, ਤੁਸੀਂ ਕੁਝ ਕਹਿਣਾ ਚਾਹ ਰਹੇ ਹੋ ਤਾਂ ਕਹਿ ਸਕਦੇ ਹੋ ਆਪਣੀ ਗੱਲ। ਪਹਿਲਾਂ ਤੇ ਮੈਂ ਮੇਰੇ ਵਿਜੇ ਜੀ ਮੈਨੂੰ ਥੋੜਾ ਟਾਈਮ ਦੇ ਦੇਣਾ, ਮੈਂ ਤਿੰਨੋਂ ਭਰਾਵਾਂ ਦਾ ਜਵਾਬ ਦੇਣਾ ਚਾਹਨਾ। ਜੀ ਬੜੀਆਂ ਵੱਡੀਆਂ ਗੱਲਾਂ ਕੀਤੀਆਂ ਔਰ ਮੈਂ ਬੜੇ ਦਾਅਵੇ ਨਾਲ ਕਹਿਣਾ ਔਰ ਜ਼ਿੰਮੇਵਾਰੀ ਨਾਲ ਕਹਿਣਾ ਕਿ ਕਿਸਾਨ ਐਜੀਟੇਸ਼ਨ ਕਦੋਂ ਦੀ ਖਤਮ ਹੋ ਗਈ ਹੁੰਦੀ ਜੇ ਇਹ ਤਿੰਨੋਂ ਪਾਰਟੀਆਂ ਨੇ ਆਪਣਾ ਇੱਕ ਰਿਸਪੌਂਸਿਬਲ ਪੋਲੀਟੀਕਲ ਪਾਰਟੀ ਹੋਣ ਦਾ ਨਿਭਾਇਆ ਹੁੰਦਾ, ਕਿਉਂਕਿ ਇਹ ਤੇ ਰਾਜਨੀਤਿਕ ਰੋਟੀਆਂ ਸੇਕਣ ਲੱਗ ਪਏ ਇਸ ਐਜੀਟੇਸ਼ਨ ਦੇ ਉੱਤੇ। ਮੇਰਾ ਸਿੱਧਾ ਪ੍ਰਸ਼ਨ ਹੈ, ਧਾਰਨੀ ਸਾਹਿਬ ਤੁਸੀਂ ਮੇਰੇ ਵਕੀਲ, ਤੁਸੀਂ ਨਾ ਸੇਕਣ ਦਿੰਦੇ ਨਾ ਸਰ। ਮੈਂ ਦੱਸ ਰਿਹਾ ਸਾਹਿਬ ਗੱਲ ਤਾਂ ਇਹ ਹੈ, ਮੇਰੀ ਗੱਲ ਸੁਣੋ। ਜੇ ਤੁਸੀਂ ਕਹਿੰਦੇ ਹੋ ਵੀ ਉਹਨਾਂ ਨੇ ਰਾਜਨੀਤਿਕ ਰੋਟੀਆਂ ਸੇਕੀਆਂ ਤਾਂ ਤੁਸੀਂ ਮੌਕਾ ਦਿੱਤਾ ਤਾਂ ਅਗਲੇ ਸੇਕਦੇ ਹੈ ਨਾ, ਤੁਸੀਂ ਮੌਕਾ ਹੀ ਨਾ ਦਿੰਦੇ। ਮੈਂ ਦੱਸਦਾ ਜੀ, ਮੌਕੇ ਦੀ ਗੱਲ ਨਹੀਂ, ਤੁਸੀਂ ਮੌਕਾ ਤੁਸੀਂ ਸੌਟ ਆਊਟ ਨਹੀਂ ਕੀਤਾ, ਅਗਲੇ ਕੋਲੇ ਮੌਕੇ ਆ ਜੋ ਮਰਜ਼ੀ ਕਰ। ਨਹੀਂ ਵਿਜੇ ਜੀ, ਮੌਕੇ ਦੀ ਗੱਲ ਨਹੀਂ ਗਈ, ਇਹਨਾਂ ਨੇ ਹੋਣ ਨਹੀਂ ਦਿੱਤਾ। ਮੈਂ ਦੱਸਦਾ ਕਿਵੇਂ। ਧਾਰਨੀ ਸਾਹਿਬ ਮੇਰੇ ਭਰਾ ਨੇ, ਬੜੇ ਮੈਂ ਬਸ ਸਤਿਕਾਰ ਕਰਦਾ, ਔਰ ਵਕੀਲ ਭਰਾ ਨੇ, ਔਰ ਉਹਦੇ ਬਾਅਦ ਵੀ ਸਫੇਦ ਝੂਠ ਕਿਵੇਂ ਬੋਲਦੇ ਨੇ ਇਹ ਵੀ ਤੁਸੀਂ ਦੇਖ ਲਓ। ਅੱਜ 16 ਅਪ੍ਰੈਲ 2013 ਦਾ ਕੰਟਰੈਕਟ ਫਾਰਮਿੰਗ ਐਕਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਆਈ ਹੈ। ਕਲੌਜ਼ ਨੰਬਰ 25 ਵਿੱਚ 1 ਮਹੀਨੇ ਦੀ ਕੈਦ, 5 ਲੱਖ ਰੁਪਇਆ ਕਿਸਾਨ ਨੂੰ ਜੁਰਮਾਨਾ ਲਾਇਆ। ਇਹ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਕਹਿੰਦੇ ਨੇ, ਕਿਸਾਨ ਨੂੰ ਜੇਲ੍ਹ ਭੇਜਣ ਦੀ ਗੱਲ ਕਰਦੇ ਨੇ ਤੇ ਕਿਸਾਨ ਨੂੰ ਜੁਰਮਾਨੇ ਲਾਉਣ ਦੀ ਗੱਲ ਕਰਦੇ ਨੇ। ਔਰ ਜਿਹੜਾ ਕੰਟਰੈਕਟ ਫਾਰਮਿੰਗ ਸੈਂਟਰ ਲੈ ਕੇ ਆਇਆ ਉਹ 'ਚ ਨਾ ਜੁਰਮਾਨਾ ਹੈ ਤੇ ਨਾ ਉਹਨੂੰ ਕੋਈ ਜੇਲ੍ਹ ਹੈਗੀ ਹੈ। ਫਿਰ ਇਹਨਾਂ ਨੇ ਧਾਰਨੀ ਸਾਹਿਬ ਨੇ ਅੱਗੇ ਮੇਰੀ ਬਹੁਤ ਸਾਰੀਆਂ ਬੈਠਕਾਂ ਦੇ ਵਿੱਚ ਇਹਨਾਂ ਨੇ ਕਿਹਾ ਜੀ ਸਿਵਲ ਕੋਰਟ ਇਹਨਾਂ ਨੇ ਕਿਉਂ ਨਹੀਂ ਲਿੱਤਾ ਜੀ, ਕਿਉਂ ਵਾਪਸ ਕੱਢਿਆ। ਧਾਰਨੀ ਸਾਹਿਬ ਕਲੌਜ਼ ਨੰਬਰ 26 ਕੰਟਰੈਕਟ ਫਾਰਮਿੰਗ ਐਕਟ ਤੁਹਾਡੇ ਸਰਕਾਰ ਦਾ ਲਿਆਂਦਾ ਹੋਇਆ, ਉਹਦੇ ਵਿੱਚ ਸਿਵਲ ਕੋਰਟ ਦੇ ਵਿੱਚ ਜਾਣ ਦਾ ਕਿਸਾਨ ਨੂੰ ਅਧਿਕਾਰ ਨਹੀਂ ਸੀਗਾ। ਔਰ ਇੱਥੇ ਆ ਕੇ ਤੁਸੀਂ ਮਗਰਮੱਛ ਤੇ ਆਂਸੂ ਬਹਾ ਕੇ ਕਿਸਾਨਾਂ ਨੂੰ ਗੁੰਮਰਾਹ ਕਰਦੇ ਹੋ। ਅੱਜ ਹੁਣ ਆਪ ਦੇ ਉੱਤੇ ਹਰਜੋਤ ਜੀ ਤੁਸੀਂ ਕਹਿੰਦੇ ਹੋ ਤੁਹਾਡੀ ਸਰਕਾਰ ਨੇ 23 ਨਵੰਬਰ 2020 ਨੂੰ ਦਿੱਲੀ ਦੀ ਗਵਰਨਮੈਂਟ ਨੇ ਇਹ ਕਾਨੂੰਨ ਲਾਗੂ ਕਰਨ ਵਾਸਤੇ ਮਾਰਕੀਟ ਕਮੇਟੀ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਕਿ ਸਰਕਾਰੀ ਕਮੇਟੀਆਂ ਕਿਹੜੀਆਂ ਹੋਣਗੀਆਂ, ਮਾਰਕੀਟ ਕਮੇਟੀਆਂ, ਔਰ ਬਾਕੀ ਜਿਹੜੀਆਂ ਬਾਹਰ ਬੰਨੀਆਂ ਨੇ, ਉਸ ਤੋਂ ਬਾਹਰ ਬੰਨੀਆਂ ਨੇ, ਉਹ ਬਣ ਸਕਦੇ ਨੇ ਇਹਨਾਂ ਦੇ ਬਾਅਦ। ਭਗਵੰਤ ਮਾਨ ਜੀ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੇ ਪਾਰਲੀਮੈਂਟ ਕਮੇਟੀ ਦੇ ਵਿੱਚ ਉਸ ਮੀਟਿੰਗ ਦਾ ਹਿੱਸਾ ਨੇ, ਜਿਹਨੇ ਕਿਹਾ ਕਿ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੇਸ਼ ਦੇ ਹਿੱਤ 'ਚ ਹੈਗਾ ਔਰ ਇਹ ਜਲਦੀ ਤੋਂ ਜਲਦੀ ਸਰਕਾਰ ਲਾਗੂ ਕਰੇ। ਤੁਸੀਂ ਇੱਥੇ ਆ ਕੇ ਗੱਲਾਂ ਹੋਰ ਕਰਦੇ ਹੋ। ਮੈਂ ਸਵੈਚ ਸਾਹਿਬ ਨੂੰ ਪੁੱਛਣਾ ਚਾਹੁੰਦਾ, ਸਵੈਚ ਸਾਹਿਬ ਤੁਸੀਂ 10 ਵਾਅਦੇ 2017 'ਚ ਕੀਤੇ ਸੀ ਕਿਸਾਨਾਂ ਨਾਲ। ਅੱਜ ਮੱਕੀ ਦੀ ਗੱਲ ਤੁਸੀਂ ਹਰ ਮੀਟਿੰਗ 'ਚ ਕਰਦੇ ਹੋ, ਹਰ ਉਹਦੇ 'ਚ ਕਰਦੇ ਹੋ ਕਿ ਮੱਕੀ, ਇਹਦੇ ਤੁਹਾਡੀ ਕਲੌਜ਼ ਨੰਬਰ 10 ਕਹਿੰਦੀ ਹੈ ਜੇ ਮੱਕੀ ਘੱਟ ਰੇਟ ਤੇ ਵਿਕੀ ਸਰਕਾਰ ਉਹਦੀ ਡੈਫੀਸ਼ੀਐਂਸੀ ਦੇਗੀ। ਤੁਹਾਡੀ ਕਲੌਜ਼ ਨੰਬਰ 11 ਕਹਿੰਦੀ ਹੈ APF ਜੇ ਐਕਟ ਅਮੈਂਡ ਕਰਾਂਗੇ, ਔਰ ਤੁਸੀਂ 2017 'ਚ ਕੀਤਾ, ਲੇਕਿਨ ਫਿਰ ਉਹਦੇ ਬਾਅਦ ਤੁਸੀਂ ਜਿਹੜਾ ਹੈ ਉਸ ਨੂੰ ਵਿਰੋਧ ਕਰਦੇ ਹੋ। ਤੁਸੀਂ ਕਹਿੰਦੇ 90,000 ਕਰੋੜ ਦਾ ਕਿਸਾਨ ਦਾ ਕਰਜ਼ਾ ਸੀ, ਪੂਰਨ ਕਰਜ਼ ਮਾਫੀ ਦਾ ਤੁਸੀਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਸਮ ਖਾਧੀ। ਚਲੋ ਜਵਾਬ ਲੈ ਲਈਏ ਹੁਣ ਤੁਹਾਡੀ ਗੱਲ ਆ ਗਈ। ਮੈਂ ਦੇਖੋ ਥੋੜਾ ਖੁੱਲਾ ਟਾਈਮ, ਇੱਕ ਮਿੰਟ ਦੇ ਦਿਓ। ਤੁਸੀਂ 6,000 ਕਰੋੜ ਹੁਣ ਤੱਕ ਕੀਤਾ, ਜਵਾਬ ਤਾਂ ਲੈ ਲਈਏ, ਫਿਰ ਉਹਦਾ ਫਾਇਦਾ ਨਹੀਂ ਨਾ ਜੀ, ਕਿਸਾਨਾਂ ਨੂੰ ਬਾਹਰ ਦਿੱਤਾ। ਜਵਾਬ ਤਾਂ ਲੈ ਲਈਏ ਸਰੀਨ ਸਾਹਿਬ, ਤੁਹਾਡੀ ਗੱਲ ਆ ਗਈ। ਮੈਂ ਤੁਹਾਡੀ ਗੱਲ ਆ ਗਈ। ਤੁਸੀਂ ਤਿੰਨਾਂ ਪਾਰਟੀਆਂ ਦੇ ਸੰਦਰਭ 'ਚ ਗੱਲ ਕੀਤੀ ਹੈ, ਤਿੰਨਾਂ ਦੇ ਨੁਮਾਇੰਦੇ ਆਪਣੇ ਨਾਲ ਬੈਠੇ ਨੇ। ਬੈਂਸ ਸਾਹਿਬ ਪਹਿਲਾਂ ਤੁਸੀਂ ਜਵਾਬ ਦੇ ਦਿਓ, ਫਿਰ ਮੈਂ ਆਉਣਾ ਧਾਰਨੀ ਸਾਹਿਬ ਕੋਲੇ। ਬੈਂਸ ਸਾਹਿਬ ਪਹਿਲਾਂ ਤਾਂ ਮੈਂ ਇਹਨਾਂ ਨੂੰ ਸਰੀਨ ਸਾਹਿਬ ਨੂੰ ਹੀ ਪੁੱਛਣਾ ਚਾਹੂੰਗਾ। ਚਲੋ ਮੰਨਿਆ ਅਸੀਂ ਰਾਜਨੀਤਿਕ ਪਾਰਟੀਆਂ, ਅਸੀਂ ਰਾਜਨੀਤਿਕ ਰੋਟੀਆਂ ਸੇਕਦੀਆਂ ਹੋਣਗੀਆਂ, ਪਰ ਕੀ ਪੰਜਾਬ ਦੀ ਜਨਤਾ, ਕੀ ਹਰਿਆਣੇ ਦੀ ਜਨਤਾ, ਕੀ ਉੱਤਰ ਪ੍ਰਦੇਸ਼ ਦੀ ਜਨਤਾ, ਉੱਥੇ ਦੇ ਲੋਕ ਉਹ ਰਾਜਨੀਤਿਕ ਰੋਟੀਆਂ ਸੇਕਦੇ ਨੇ? ਕਿਉਂ ਇਹਨਾਂ ਦੇ ਲੀਡਰਾਂ ਨੂੰ ਉਹ ਵੜਨ ਨਹੀਂ ਦਿੰਦੇ ਆਪਣੇ ਪਿੰਡਾਂ 'ਚ? ਕਿਉਂ ਹਰਿਆਣੇ ਦੇ ਮੁੱਖ ਮੰਤਰੀ, ਹਰਿਆਣੇ ਦੇ ਚੀਫ ਮਿਨਿਸਟਰ ਕਿਤੇ ਜਾ ਨਹੀਂ ਸਕਦੇ ਵੀ ਹਰਿਆਣੇ 'ਚ ਇਹਨਾਂ ਦੀ ਸਰਕਾਰ ਹੈ, ਉੱਥੇ ਇਹਨਾਂ ਦੀ ਪਾਰਟੀ ਰਾਜਨੀਤਿਕ? ਇਸ ਕਰਕੇ ਕਿਸਾਨ ਇਹਨਾਂ ਹਰਕਤਾਂ ਕਰਕੇ, ਇਦਾਂ ਦੇ ਬਿਆਨਾਂ ਕਰਕੇ, ਇਦਾਂ ਦੇ ਝੂਠੇ ਇਲਜ਼ਾਮਾਂ ਕਰਕੇ ਅੱਜ BJP ਦਾ ਹਾਲ ਹੋਇਆ। ਤੇ ਦੂਜੀ ਗੱਲ, ਜਿਹੜੇ ਨਹੀਂ ਸਾਡੇ ਤੇ ਦੋਸ਼ ਲਾਏ ਨੇ, ਟੋਟਲੀ ਗੁੰਮਰਾਹ ਕਰਦੇ ਨੇ, ਸਫੇਦ ਝੂਠ ਬੋਲਦੇ ਨੇ। ਦਿੱਲੀ ਦੇ ਵਿੱਚ ਸਭ ਨੂੰ ਪਤਾ ਕਿ ਸਾਡੇ ਕੋਲੋਂ ਸਾਰੇ ਅਧਿਕਾਰ ਲੈ ਚੁੱਕੇ ਨੇ, ਕਿਉਂਕਿ ਅਸੀਂ ਲੋਕਾਂ ਲਈ ਕੰਮ ਕਰਦੇ ਸੀ। ਰਾਜਪਾਲ ਹਰ ਇੱਕ ਫਾਈਲ ਸਾਈਨ ਕਰਦਾ। ਅਰਵਿੰਦ ਕੇਜਰੀਵਾਲ ਉਹ ਬੰਦਾ ਹੈ ਜਿਨ ਦਿੱਲੀ ਦੇ ਜਦੋਂ ਇਹਨੀ ਜੇਲਾਂ ਮੰਗੀਆਂ ਦੇਣ ਤੋਂ ਅਧਿਕਾਰ ਮਨਾ ਕਰ ਦਿੱਤਾ। ਉੱਥੇ ਸਾਰੇ ਜਾਣਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੰਘੂ ਬਾਰਡਰ ਦੇ ਉੱਤੇ
ਕੁੰਡਲੀ ਬਾਰਡਰ ਦੇ ਉੱਤੇ ਸੇਵਾ ਕੀਤੀ, ਲੰਗਰ ਦੀ, ਫ੍ਰੀ ਵਾਈਫਾਈ। ਚਲੋ ਠੀਕ ਹੈ, ਮੈਂ ਸਰਕਾਰੀ ਵਕੀਲ ਮੈਂ ਧਾਰਨੀ ਸਾਹਿਬ ਔਰ ਸਵੈਜ ਸਾਹਿਬ ਤੋਂ ਵੀ ਛੋਟੇ ਛੋਟੇ ਜਵਾਬ ਲੈ ਲਾਂ, ਕਿਉਂਕਿ ਦੋਨੇ, ਮੈਂ ਸਵਾਲ ਰਿਪੀਟ ਨਹੀਂ ਕਰੂੰਗਾ, ਤੁਸੀਂ ਸੁਣ ਲਿਆ ਹੋਣਾ ਸਰੀਨ ਸਾਹਿਬ ਨੂੰ। ਧਾਰਨੀ ਸਾਹਿਬ ਪਹਿਲਾਂ ਤੁਸੀਂ ਜਵਾਬ ਦੇ ਦਿਓ। ਬਿਲਕੁਲ, ਦੇਖੋ ਇਹ ਸਰੀਨ ਸਾਹਿਬ ਦਾ ਇੱਕ ਬੜਾ ਪੈਟ ਫੱਡਾ ਹੈਗਾ ਕਿ ਇਹਨਾਂ ਨੇ ਗੱਲ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਲਝਾਉਣਾ ਹੈਗਾ। ਇਹ ਜਾਣ ਬੁੱਝ ਕੇ ਗੱਲਾਂ ਕਰਦੇ ਆ। ਦੇਖੋ ਇਹ ਜਿਹੜੇ ਐਕਟ ਹੈਗੇ ਆ ਇਹਨਾਂ ਤੇ ਬਹੁਤ ਵਾਰ ਡਿਸਕਸ ਹੋ ਚੁੱਕਿਆ ਹੈ ਔਰ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਟੇਟ ਐਕਟ ਕੀ ਹੁੰਦੇ ਆ ਔਰ ਸੈਂਟਰ ਐਕਟ ਕੀ ਹੁੰਦੇ ਹੈਗੇ ਆ। ਸੈਂਟਰ ਦੇ ਐਕਟ ਜਿਹੜੇ ਬਣਾਏ ਗਏ ਉਹਨਾਂ ਦੇ ਵਿੱਚ ਜਿਹੜੇ ਮੱਦਾਂ ਜਿਹੜੀਆਂ ਹੈਗੀਆਂ ਗਲਤ ਪਾਈਆਂ ਗਈਆਂ ਔਰ ਇਹ ਲੱਗਿਆ ਕਿ ਲੋਕ ਮਾਰੂ ਕਿਸਾਨ ਮਾਰੂ ਬਿੱਲ ਹੈਗੇ ਆ। ਇਸ ਕਰਕੇ ਸਾਰੀਆਂ ਪਾਰਟੀਆਂ ਨੇ, ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਪਾਰਲੀਮੈਂਟ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਹੈਗੀ ਆਵਾਜ਼ ਉਠਾਈ ਔਰ ਉਸੇ ਦਾ ਸਦਕਾ ਜਿਹੜਾ ਹੈਗਾ ਬੀਬੀ ਹਰਸਿਮਰਤ ਕੌਰ ਬਾਦਲ ਜਿਹੜਾ ਹੈਗਾ ਸਾਡਾ ਇੱਕ ਗੱਠ ਜੋੜ ਜਿਹੜਾ ਹੈਗਾ ਖਤਮ ਹੋਇਆ। ਪਰ ਅੱਜ ਦਾ ਮਸਲਾ ਬੜਾ ਸਿੰਪਲ ਹੈਗਾ, ਇਹ ਹੈ ਕਿ ਅੱਜ ਹਰ ਕਿਸਾਨ ਜ਼ਖਮੀ ਹੋਇਆ ਬੈਠਾ। ਹਰ ਕਿਸਾਨ ਦੇ ਘਰਾਂ ਦੇ ਵਿੱਚ 70 ਵਿਛੇ ਪਏ ਹੈਗੇ ਆ। ਹਰ ਕਿਸਾਨ ਜਿਹੜਾ ਹੈਗਾ ਦੁਖੀ ਹੈਗਾ, ਤਕਲੀਫ ਦੇ ਵਿੱਚ ਹੈਗਾ। ਕੜਕ ਦੀ ਧੁੱਪ ਦੇ ਵਿੱਚ, ਬਿਜਲੀ ਦੇ ਵਿੱਚ, ਮੀਂਹ ਦੇ ਵਿੱਚ, ਸਾਰੇ ਥਾਂ ਦੇ ਉੱਤੇ ਬੈਠਾ। ਅੱਜ ਜਿਹੜਾ ਹੈਗਾ ਪਾਰਲੀਮੈਂਟ ਦਾ ਦੂਜੇ ਦਿਨ ਸੈਸ਼ਨ ਦੇ ਵਿੱਚ ਇਹਨਾਂ ਨੇ ਲਿਆ ਕੇ ਨਮਕ ਜਿਹੜਾ ਹੈਗਾ ਸੀ ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਸਿੱਟਦਾ। ਔਰ ਇਹ ਤੁਹਾਨੂੰ ਮੈਂ ਦੱਸਾਂ, ਇੱਕ ਸੈਕਿੰਡ ਜੀ, ਦੇਖੋ ਕੋਵਿਡ ਦਾ ਇਹਨਾਂ ਕੋਲ ਇਹ ਵੀ ਪਤਾ ਵੀ ਆਕਸੀਜਨ ਕਿੱਥੇ ਘਟ ਗਈ, ਕਿੱਥੇ ਬੰਦੇ ਦੀ ਜਿਹੜੀ ਡੈਥ ਹੋ ਗਈ, ਪਰ ਕਿਸਾਨਾਂ ਦਾ ਇਹਨਾਂ ਨੂੰ ਨਹੀਂ ਪਤਾ ਕਿਉਂਕਿ ਕਿਸਾਨ ਇਸ ਦੇਸ਼ ਦਾ ਹਿੱਸਾ ਨਹੀਂ। ਧਾਰਨੀ ਸਾਹਿਬ 2013 ਦੱਸ ਦਿਓ, 2013 ਦਾ ਜਵਾਬ ਦੇ ਦਿਓ। ਆਕਸੀਜਨ ਦੀ ਘਾਟ ਨਾਲ ਕਿਸੇ ਦੀ ਡੈਥ ਨਹੀਂ ਹੋਈ, ਇਹ ਵੀ ਜਵਾਬ ਦਿੱਤਾ ਲੋਕ ਸਭਾ ਦੇ ਵਿੱਚ। ਖੈਰ ਉਹ ਇੱਕ ਵੱਖਰਾ ਮੁੱਦਾ ਹੈ। ਸਵੈਜ ਸਾਹਿਬ ਤੁਸੀਂ ਪਹਿਲਾਂ ਇਹਦੇ ਤੇ ਥੋੜੇ ਤੋਂ ਕਮੈਂਟ ਚਾਹੂੰਗਾ। ਇੱਕ ਤੇ ਜਿਹੜੀ ਗੱਲ ਸਰੀਨ ਸਾਹਿਬ ਨੇ ਕੀਤੀ ਹੈ ਵੀ ਸਿਆਸੀ ਪਾਰਟੀਆਂ ਨੇ ਰੱਜ ਕੇ ਰਾਜਨੀਤੀ ਕੀਤੀ ਹੈ ਤੇ ਤੁਸੀਂ ਨਹੀਂ ਹੱਲ ਹੋਣ ਦਿੱਤਾ ਇਹ ਜਿਹੜਾ ਮਸਲਾ ਹੈ। ਦੇਖੋ ਸਿਆਸੀ ਪਾਰਟੀਆਂ ਨੇ ਕਿੱਥੇ ਮਨਾ ਕੀਤਾ ਜੀ? ਸਿਆਸੀ ਪਾਰਟੀਆਂ ਨੇ, ਖਾਸ ਕਰ ਮੈਂ ਕਾਂਗਰਸ ਦੀ ਗੱਲ ਕਰਦਾ ਹਾਂ, ਕਾਂਗਰਸ ਪਾਰਟੀ ਨੇ ਕਦੋਂ ਰੋਕਿਆ ਕੇਂਦਰ ਸਰਕਾਰ ਨੂੰ ਕਿ ਕਿਸਾਨਾਂ ਦੇ ਮਸਲੇ ਹੱਲ ਨਾ ਕਰੋ? ਕਦੋਂ ਕਿਹਾ? ਇਹ ਸਰੀਨ ਸਾਹਿਬ ਮੈਨੂੰ ਸਮਝ ਨਹੀਂ ਆਉਂਦੀ ਕਿ ਗੱਲ ਉਹ ਕਰੋ ਜਿਹੜੀ ਗੱਲ 'ਚ ਥੋੜਾ ਬਹੁਤ ਦਾ ਵਜਨ ਹੋਵੇ ਨਾ ਜੀ। ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੇ ਜਿਹੜੇ ਕਿਸਾਨ ਨਿਧੀ ਜਿਹੜਾ ਕਿੰਨਾ ਕੁ ਫੰਡ ਹੈ, ਪਹਿਲਾਂ ਤਾਂ ਦੱਸੋ ਕਿੰਨੀ ਕੁ ਮਦਦ ਹੈਗੀ ਹੈ? ਉਹ ਨਿਗੂਣੀ ਹੈਗੀ ਹੈ, 6000 ਰੁਪਏ ਸਾਲ ਦਾ, 2000 ਦੀ 3 ਕਿਸਾਨ ਦਿੰਦੇ ਨੇ। ਹੈ ਗੱਲ ਕੀ ਹੈ ਉੱਥੇ ਪੰਜਾਬ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਵਾਸਤੇ? ਉਹ ਵੀ ਤੁਸੀਂ 5,62,000 ਮਤਲਬ ਪੰਜਾਬ ਦੇ 5,62,000 ਕਿਸਾਨਾਂ ਤੋਂ ਵਾਪਸ ਲਿਆ ਰਹੇ ਹੋ। ਇੰਨੀ ਨਿਗੂਣੀ ਰਕਮ ਉਹ ਵਾਪਸ ਤੁਸੀਂ ਲੈ ਰਹੇ ਹੋ। ਤੁਸੀਂ ਕਿਹੜੇ ਮੂੰਹ ਨਾਲ ਗੱਲਾਂ ਕੀ ਗੱਲਾਂ ਕਰੀ ਜਾਂਦੇ ਹੋ? ਹਾਂਜੀ, ਦੂਜੀ ਗੱਲ ਇੱਥੇ ਗੱਲ ਖਤਮ ਨਹੀਂ ਹੁੰਦੀ ਹੈਗੀ। ਪੰਜਾਬ ਦਾ RDF ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈਗਾ ਤੇ ਅਤੀ ਵਿਕਾਸ ਫੰਡ ਜਿਹੜਾ ਹੈਗਾ ਉਹ ਇਹਨਾਂ ਨੇ ਰੋਕਿਆ ਹੋਇਆ ਪੰਜਾਬ ਦਾ। ਪਿਛਲਾ ਸਾਡਾ ਦਿੱਤਾ ਨਹੀਂ ਹੈਗਾ, 2% ਜਿਹੜਾ ਹੈਗਾ 1% ਦਿੱਤਾ, 2% ਪਿਛਲਾ ਰੋਕਿਆ ਹੋਇਆ। ਹੁਣ ਝੋਨੇ ਦਾ ਜਿਹੜਾ ਹੈਗਾ ਟੋਟਲ ਰੋਕਿਆ ਹੋਇਆ। ਸੋ ਪੰਜਾਬ ਨਾਲ ਤਾਂ ਇੰਨਾ ਜ਼ਿਆਦਾ ਧੱਕਾ ਕਰ ਰਹੇ ਨੇ ਮੋਦੀ ਸਰਕਾਰ ਨੂੰ, ਪਤਾ ਨਹੀਂ ਕਿਹੜੀ ਦੁਸ਼ਮਣੀ ਕਮਾ ਰਹੇ ਨੇ ਪੰਜਾਬ ਦੇ ਲੋਕਾਂ ਨਾਲ। ਇਹ ਸਰੀਰ ਸਾਹਿਬ ਤੁਸੀਂ ਪੰਜਾਬ ਦੇ ਹੋ, ਮੈਂ ਤੁਸੀਂ ਤਾਂ ਮਾੜਾ ਮੋਟਾ ਥੋੜਾ ਬਹੁਤਾ ਕੋਈ ਖਿਆਲ ਕਰਿਆ ਕਰੋ, ਕੋਈ ਗੱਲ ਕਰੋ। ਤੁਹਾਡੀ ਜਿਹੜੀ ਯੂਨਿਟ ਹੈਗੀ ਹੈ BJP ਦੀ, ਉਹ ਕੇਂਦਰ ਨਾਲ ਗੱਲ ਕਰੇ, ਮੋਦੀ ਨਾਲ ਗੱਲ ਕਰੇ, ਅਮਿਤ ਸ਼ਾਹ ਜੀ ਨਾਲ ਗੱਲ ਕਰੇ ਵੀ ਤੁਸੀਂ ਕਿਹੜਾ ਪਾਪ ਕਮਾ ਰਹੇ ਹੋ, ਕਿਹੜਾ ਤਰੋ ਕਮਾ ਰਹੇ ਹੋ ਪੰਜਾਬ ਦੇ ਲੋਕਾਂ ਨਾਲ, ਕਿਉਂ ਖੂਨ ਚੂਸ ਰਹੇ ਉਹਨਾਂ ਦਾ। ਕਮੈਂਟ ਬੂਟਾ ਸਿੰਘ ਜੀ ਤੋਂ ਲੈ ਲਾਂ, ਫਿਰ ਸਿੰਘ ਸਾਹਿਬ ਆ ਰਹੇ ਤੁਹਾਡੇ ਕੋਲੇ। ਬੂਟਾ ਸਿੰਘ ਜੀ, ਮੇਰਾ ਬੜਾ ਸਿੱਧਾ ਜਿਹਾ ਸਵਾਲ ਹੈ, ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿਸਾਨ ਨਿਧੀ ਦੇ ਪੈਸੇ ਹੈ, ਚਲੋ ਇਹ ਦੂਜੇ ਪਾਸੇ ਲੈ ਗਏ ਗੱਲ ਨੂੰ, ਤੇ ਫਿਰ ਵੀ ਉਹਦਾ ਜਵਾਬ ਜ਼ਰੂਰ, ਕਿਉਂਕਿ ਕਿਸਾਨ ਜਥੇਬੰਦੀਆਂ ਜ਼ਿਆਦਾ ਬਿਹਤਰ ਇਸ ਦਾ ਜਵਾਬ ਦੇ ਸਕਦੀਆਂ ਨੇ ਵੀ ਸਿਆਸੀ ਪਾਰਟੀਆਂ ਜਿਹੜੀਆਂ ਨੇ ਇਹ ਕਹਿੰਦੇ ਵੀ ਇਹਨਾਂ ਨੇ ਸਿਆਸੀ ਰੋਟੀਆਂ ਸੇਕੀਆਂ ਤੇ ਇਹਨਾਂ ਨੇ ਮਸਲਾ ਹੱਲ ਨਹੀਂ ਹੋਣ ਦਿੱਤਾ। ਵੇਖੋ ਬਰਾੜ ਸਾਹਿਬ, ਇਹਦੇ 'ਚ ਕਦੋਂ ਜਿਹੜੀ ਭਾਜਪਾ ਸਰਕਾਰ ਹੈ ਕੇਂਦਰ ਦੀ ਵੀ ਏਡੇ ਵੱਡੇ ਪੱਧਰ ਤੇ ਅੱਗੇ ਆਈ ਗਈ ਤਾਂ ਸਮਝੌਤਾ ਕਰਨ ਨੂੰ ਤਿਆਰ ਆ, ਅਸੀਂ ਇਹ ਮਸਲਾ ਹੱਲ ਕਰਨ ਨੂੰ ਤਿਆਰ ਆ। ਇਹ ਰਾਜਸੀ ਪਾਰਟੀਆਂ ਦੀ ਕੀ ਹਿੰਮਤ ਹੈ ਤੇ ਕਿਵੇਂ ਰੋਕ ਜਾਂਦੀਆਂ? ਉਹੀ ਗੱਲ ਮੈਂ ਕਰ ਰਿਹਾ ਸੀ ਵੀ ਤੁਸੀਂ ਮੌਕਾ ਦਿੱਤਾ ਤੇ ਉਹਨਾਂ ਨੇ ਰੋਟੀਆਂ ਸੇਕੀਆਂ, ਮੌਕਾ ਨਾ ਦਿੰਦੇ। ਦੇਖੋ ਭਾਜਪਾ ਬਿਲਕੁਲ ਇਸ ਵਿਸ਼ੇ ਦੇ ਗੰਭੀਰ ਨਹੀਂ ਤੇ ਨਾ ਗੰਭੀਰ ਹੋ ਕੇ ਇਹ ਮਸਲਾ ਹੱਲ ਕਰਨਾ ਚਾਹੁੰਦੀ ਹੈ। ਇਹਨਾਂ ਦਾ ਤਾਂ ਇਹੋ ਹੀ ਹੈ ਵੀ ਇਹਨੂੰ ਅੜਾਈ ਰੱਖੋ, ਹੌਲੀ ਜਿਹੜੇ ਕਿਸਾਨ ਨੇ ਉਹ ਥੱਕ ਕੇ ਅੱਕ ਕੇ ਉੱਠ ਕੇ ਚਲੇ ਜਾਣਗੇ। ਲੇਕਿਨ ਇਹ ਇਹਨਾਂ ਦੀ ਗਲਤ ਫਹਿਮੀ ਹੈ। ਇਹ ਕਿਸਾਨ ਨਾ ਉੱਠਣ, ਬੇਸ਼ੱਕ 2024 ਤੱਕ ਲੈ ਜਾਣ ਦੇਸ਼ ਨੂੰ ਲਮਕਾ ਕੇ, ਇਹ ਤਾਂ ਵੀ ਨਹੀਂ ਉੱਠਦੇ। ਪਰ ਕੇਂਦਰ ਸਰਕਾਰ ਆਪਣੀ ਕਬਰ ਆ ਜਿਹੜੀ ਉਹ ਆਪ ਖੋਦੀ ਹੈ ਪਈ, ਇਹਨੂੰ ਸਮਝ ਲੈਣਾ ਚਾਹੀਦਾ ਹੈ।
ਇਹ ਕਿਸਾਨ ਜਿਹੜੇ ਨੇ ਜਿਹੜੇ ਬੈਠੇ ਨੇ ਬਾਰਡਰਾਂ ਦੇ ਉੱਤੇ, ਇਹ ਇਹਨਾਂ ਦੀ ਮਕਾਨ ਆਏ ਨੇ, ਇਹਨਾਂ ਨੂੰ ਅਜੇ ਤੱਕ ਇਸ ਗੱਲ ਦਾ ਪਤਾ ਨਹੀਂ। ਵੇਖੋ ਗੱਲ ਸੁਣੋ, ਇਹ ਕਿੰਨੀ ਮਾੜੀ ਘਟਨਾ ਹੈ ਜਿਹੜੀ ਇਹ ਗੱਲ ਕਹਿੰਦੇ ਸਾਡੇ ਕੋਲ ਰਿਕਾਰਡ ਹੀ ਨਹੀਂਗਾ। ਸਾਰੀਆਂ ਗੱਲਾਂ ਤੇ ਸਰਕਾਰ ਝੂਠ ਬੋਲਦੀ ਹੈ, ਇਹਨਾਂ ਕੋਲ ਸਾਰਾ ਕੁਝ ਹੈ, ਮਸਲਾ ਆਪ ਨਹੀਂ ਹੱਲ ਕਰਨਾ ਚਾਹੁੰਦੇ, ਚਿੱਕੜ ਦੂਜਿਆਂ ਤੇ ਸੁੱਟਦੇ ਨੇ। ਸਾਡੀ ਉਹਨਾਂ ਪਾਰਟੀਆਂ ਨਾਲ ਕੋਈ ਸਹਿਚਾਰ ਨਹੀਂ ਹੈਗੀ। ਅਸੀਂ ਕਿਸਾਨ ਮੁੱਦੇ ਦੀ, ਕਿਸਾਨੀ ਮੁੱਦੇ ਦੀ ਗੱਲ ਕਰ ਰਹੇ ਹਾਂ। ਜੇ ਅੱਜ ਉਹਨੇ, ਅਸੀਂ ਇਹਨਾਂ ਨੂੰ ਪਹਿਲਾਂ ਕਿਹਾ ਇਹ 22 ਵਾਲੀ ਗੱਲ ਤੋਂ ਸ਼ੁਰੂ ਕਰਦੇ ਨੇ, ਕੌਣ ਰਿਕਾਰਡ ਆਊਗਾ ਉੱਤੇ? ਇਹ ਕਹਿਣ ਵੀ ਜਿਹੜੀ 22 ਜਨਵਰੀ ਨੂੰ ਜਿੱਥੇ ਗੱਲ ਟੁੱਟੀ ਹੈ ਅਸੀਂ ਉੱਥੋਂ ਸ਼ੁਰੂ ਕਰਨੀ ਚਾਹੁੰਦੇ ਹਾਂ ਵੀ ਬਿਲਕੁਲ ਕੋਈ ਰੱਦ ਨਾ ਹੋਣ ਵਾਲੀ ਜਾਂ ਰੱਦ ਕਰਨ ਵਾਲੀ ਗੱਲ ਛੱਡ ਦੇਣ ਤੇ ਉਸੇ ਟਾਈਮ ਗੱਲ ਚੱਲ ਜੂਗੀ। ਆਪੇ ਸਾਈਡ ਤੇ ਸਾਰੀਆਂ ਪਾਰਟੀਆਂ ਹੋ ਜਾਣਗੀਆਂ। ਇਹ ਲਾਹਾ ਲੈਣ, ਨਾ ਰੋਟੀਆਂ ਸੇਕਣ ਦੇਣ ਕਿਸੇ ਨੂੰ ਵੀ। ਸਹੀ ਗੱਲ ਹੈ ਸਰੀਨ ਸਾਹਿਬ, ਤੁਸੀਂ ਲਾਹਾ ਲੈ ਲਓ, ਤੁਸੀਂ ਹੁਣ ਵੀ ਲਾਹਾ ਲੈ ਲਓ, ਤੁਸੀਂ ਕੁਝ ਮਹੀਨਿਆਂ ਬਾਅਦ ਕਹੋਗੇ। ਅਸੀਂ ਯੈਸ ਨੋ ਵਾਲੀ ਗੱਲ ਕੋਈ ਨਹੀਂ, ਇਹ ਕਰਾਉਣ ਸਵੇਰੇ ਸ਼ੁਰੂ ਗੱਲ। ਯੈਸ ਨੋ ਦੀ ਗੱਲ ਨਹੀਂ, ਇਹਨਾਂ ਦੇ ਮਨ 'ਚ ਪਾਪ ਹੈ, ਇਹਨਾਂ ਦੇ ਮਨ ਵਿੱਚ ਖੋਟ ਆ। ਇੱਕ ਮੁੱਦਾ ਬਣਾ ਕੇ ਬਹਿ ਗਏ ਨੇ। ਜੇਕਰ ਸਰੀਨ ਸਾਹਿਬ ਨੇ ਗੱਲ ਕਰੀ, ਸਰੀਨ ਸਾਹਿਬ ਅੱਗੇ ਵਧ ਹੀ ਨਹੀਂ ਰਹੇ ਹੋਣੇ। ਇਹਨਾਂ ਨੂੰ ਇਹ ਗੱਲ ਛੱਡਣੀ ਚਾਹੀਦੀ। ਮੇਰੇ ਕੋਲ ਸਮਾਂ ਥੋੜਾ ਹੈ ਸਰੀਨ ਸਾਹਿਬ, ਛੋਟਾ ਜਿਹਾ ਕਮੈਂਟ। ਲੋਕ ਵੇਖ ਰਹੇ ਨੇ ਇਸ ਮੁੱਦੇ ਨੂੰ ਕਿ ਕਿਸਾਨੀ ਮੁੱਦਾ ਕਿੰਨਾ ਫਸਿਆ ਹੈ, ਕਿੰਨਾ ਪੇ ਚੜਿਆ ਹੋਇਆ ਹੈ ਤੇ ਭਾਜਪਾ ਦੀਆਂ ਗਲਤੀਆਂ ਦੇ ਕਾਰਨ। ਜਵਾਬ ਲੈ ਲਈਏ ਇੱਕ ਮਿੰਟ ਬੂਟਾ ਸਿੰਘ ਜੀ, ਜਵਾਬ ਲੈ ਲਈਏ ਸਰੀਨ ਸਾਹਿਬ ਤੋਂ। ਵਾਰੀ ਉਹ ਹੱਥ ਖੜਾ ਕਰ। ਹਾਂਜੀ ਸਰੀਨ ਸਾਹਿਬ। ਬੂਟਾ ਸਿੰਘ ਜੀ, ਮੈਂ ਤੁਹਾਡਾ ਬੜਾ ਸਤਿਕਾਰ ਕਰਦਾ। ਤੁਸੀਂ ਇਹ ਕਿਵੇਂ ਕਹਿੰਦੇ ਹੋ ਕਿ ਤੁਹਾਡੀਆਂ ਜਿਹੜੀਆਂ ਜਥੇਬੰਦੀਆਂ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੈਗੀਆਂ? ਜੋਗਿੰਦਰ ਯਾਦਵ ਰਾਜਨੀਤਿਕ ਵਿਅਕਤੀ ਨਹੀਂ ਹੈਗਾ। ਚੁੜਨੀ ਸਾਹਿਬ ਤਾਂ ਹੁਣ ਵੀ ਕਹਿੰਦੇ ਪਏ ਰਾਜਨੀਤਿਕ ਪਾਰਟੀ ਬਣਾ ਲਓ। ਉਹਨਾਂ ਦੀ ਮਨਸ਼ਾ ਜਥੇਬੰਦੀ ਦੀ ਸਾਫ਼ ਦਿਖਦੀ ਪਈ ਹੈ ਕਿ ਉਹਦੇ ਪਿੱਛੇ ਮੰਤਵ ਕੀ ਹੈ ਇਸ ਐਜੀਟੇਸ਼ਨ ਨੂੰ ਖੜਾ ਕਰਨ ਦਾ। ਚੁੜਨੀ ਸਾਹਿਬ ਤਾਂ ਸਿੱਧਾ ਬਿਆਨ ਦਿੰਦੇ ਪਏ ਆ। ਰਕੇਸ਼ ਟਕੈਤ ਮੈਂਬਰ ਪਾਰਲੀਮੈਂਟ ਦਾ ਚੁਣਾਵ ਲੜ ਚੁੱਕਾ ਹੈ, ਆਰਜੇਡੀ ਤੋਂ ਇਹ ਗੱਲ ਆਖਿਆ ਕਿ ਉਹਨੂੰ ਸਿਰਫ 5000 ਵੋਟਾਂ ਪਈਆਂ ਲੋਕ ਸਭਾ ਦੇ ਚੁਣਾਵ ਦੇ ਵਿੱਚ, ਔਰ ਉਹਨੂੰ ਆਪਣੀ ਪਤਾ ਲੱਗਿਆ ਕਿ ਉਹ ਕਿੰਨੀ ਉਹਦੀ ਔਕਾਤ ਹੈਗੀ ਉੱਥੇ ਯੂਪੀ 'ਚ। ਲੇਕਿਨ ਸਵਾਲ ਤਾਂ ਇਹ ਹੈ ਕਿ ਤੁਹਾਡੇ ਤੇ ਰਾਜਨੀਤੀ ਰੋਟੀਆਂ ਸੇਕਣ ਵਾਲੇ ਆਪ ਬੈਠੇ ਨੇ, ਤੁਹਾਡੀ ਜਥੇਬੰਦੀ 'ਚ ਬੈਠੇ ਨੇ, ਲੋਕਾਂ ਨੂੰ ਕੀ ਪੁੱਛਦੇ ਹੋ? ਤੁਸੀਂ ਆਪਣੇ ਆਪ ਆਪਣੀ ਜਥੇਬੰਦੀ ਝਾਤੀ ਮਾਰੋ ਨਾ ਕਿ ਕਿੰਨੀਆਂ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਨੇ ਉਹ ਜਿਹੜਾ ਸਮਝਦਾ ਹੱਲ ਨਹੀਂ ਹੋਣਾ ਦਿੰਦੇ ਆ। ਮੈਂ ਹੁਣ ਵੀ ਕਹਿਣਾ ਤੁਸੀਂ ਅੱਜ ਜਵਾਬ ਲੈ ਲਓ ਨਾ। ਤੋਂ ਬੂਟਾ ਸਿੰਘ ਜੀ ਬੋਲ ਰਹੇ, ਜਵਾਬ ਬੂਟਾ ਸਿੰਘ ਜੀ। ਮੈਂ ਕਹਿ ਰਿਹਾ ਬਰਾੜ ਸਾਹਿਬ ਇਹਨਾਂ ਨੂੰ ਪੁੱਛੋ ਵੀ ਜੋਗਿੰਦਰ ਯਾਦਵ ਕਿੱਦਣ ਮੀਟਿੰਗ ਵਿੱਚ ਗਿਆ? ਜਿਹੜੀਆਂ ਮੀਟਿੰਗਾਂ ਹੋਈਆਂ ਨੇ 11 ਗੇਟ ਦੀਆਂ, ਜੋਗਿੰਦਰ ਯਾਦਵ ਕਿੱਦਣ ਗਿਆ? ਬਾਹਰ ਫਿਰਦੀ ਹੈ ਵੀ ਤੁਹਾਡੀਆਂ ਸਾਰੀਆਂ ਪ੍ਰੈਸ ਕਾਨਫਰੰਸ ਉਹ ਕਰਦਾ, ਤੁਹਾਡੀਆਂ ਸਾਰੀਆਂ ਪ੍ਰੈਸ ਕਾਨਫਰੰਸ ਉਹ ਕਰਦਾ। ਜੇ ਗੁਰਨਾਮ ਸਿੰਘ ਚੰਦੂਨੀ ਨੇ ਗੱਲ ਕੀਤੀ ਤੇ ਗੁਰਨਾਮ ਸਿੰਘ ਚੰਦੂਨੀ ਨੂੰ ਸੰਯੁਕਤ ਮੋਰਚੇ ਨੇ ਆਪਣਾ ਸਾਡਾ ਭਾਈਚਾਰਕ ਸਾਂਝ ਸਸਪੈਂਡ ਕੀਤਾ ਇੱਕ ਹਫ਼ਤੇ ਲਈ। ਵੱਡਾ ਹਿੱਸਾ ਹੈ, ਅਸੀਂ ਉਹਨੂੰ ਵੀ ਹਫ਼ਤੇ ਵਾਸਤੇ। ਇਹ ਕੀ ਡਰਾਮੇਬਾਜ਼ੀ ਹੈ? ਕੱਢੋ ਬਾਹਰ ਉਹਨੂੰ, ਕੱਢੋ ਬਾਹਰ ਉਹਨੂੰ। ਸਸਪੈਂਡ ਕਿਉਂ ਹੁੰਦਾ? ਕੱਢੋ ਬਾਹਰ ਉਹਨੂੰ। ਧਾਰਨੀ ਸਾਹਿਬ ਛੋਟਾ ਜਿਹਾ ਕਮੈਂਟ, ਧਾਰਨੀ ਸਾਹਿਬ ਛੋਟਾ ਜਿਹਾ ਕਮੈਂਟ, ਆਪਣੇ ਕੋਲ ਸਮਾਂ ਘੱਟ ਹੈ ਜੀ। ਧਾਰਨੀ ਸਾਹਿਬ ਕੁਝ ਕਹਿਣਾ ਚਾਹ ਰਹੇ ਹੈ ਜੀ। ਦੇਖੋ ਇਹ ਜਿਹੜਾ ਹੈਗਾ, ਮੈਂ ਪਹਿਲਾਂ ਵੀ ਜਾਣਦਾ ਕਿ ਸਰੀਨ ਸਾਹਿਬ ਨੇ ਰੌਲਾ ਹੀ ਪਾਉਣਾ ਹੁੰਦਾ। ਮੈਂ ਇਹਨਾਂ ਨੂੰ ਪੁੱਛਦਾ ਹੈਗਾ ਕਿ ਸਾਰੀਆਂ ਪਾਰਟੀਆਂ ਰੋਟੀਆਂ ਸੇਕ ਰਹੀਆਂ, ਇਹ ਸਾਰੀਆਂ ਨੂੰ ਦਰਕਨਾਰ ਕਰ ਦੇਣ, ਇਹ ਸਾਰੇ ਕਿਸਾਨਾਂ ਦੀਆਂ ਵੋਟਾਂ ਲੈ ਲੈਣ, ਪਰ ਉਹਨਾਂ ਦਾ ਮਸਲਾ ਹੱਲ ਕਰਨ। ਔਰ ਇਹ ਐਲੀਗੇਸ਼ਨ ਲਾਉਣ ਵਾਸਤੇ ਕਦੇ ਜੋਗਿੰਦਰ ਯਾਦਵ ਕਦੇ ਕੋਈ, ਇਹਨਾਂ ਨੂੰ ਮੈਂ ਪੁੱਛਦਾ ਹਾਂ ਕਿ ਜਿਹੜੀ ਆਪਣਾ ਮੱਧ ਪ੍ਰਦੇਸ਼ ਦੇ ਵਿੱਚੋਂ ਆਪਣਾ ਨਾਗਪੁਰ ਤੋਂ ਭਾਗਵਤ ਵਰਗਿਆਂ ਤੋਂ ਉਹ ਆਉਂਦੀ ਹੈਗੀ ਆ, ਕੀ ਉਹ ਸਾਰਾ ਕੁਝ ਠੀਕ ਹੈਗਾ? ਔਰ ਤੀਜੀ ਗੱਲ ਦੇਖੋ, ਪੰਜਾਬ ਦੀ ਜਿਹੜੀ ਕਾਂਗਰਸ ਦੀ ਸਰਕਾਰ ਹੈਗੀ ਆ ਉਹ ਵੀ ਸਹੀ ਨਹੀਂ ਹੈਗੀ, ਕਿਉਂਕਿ ਉਹਨਾਂ ਨੇ ਵੀ ਵਾਅਦਾ ਕੀਤਾ ਸੀ ਕਿ ਅਸੀਂ ਜਿਹੜਾ ਹੈਗਾ ਮੁਆਵਜ਼ਾ ਦੇਵਾਂਗੇ, ਉਹਨਾਂ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ। ਔਰ ਤੀਜੀ ਗੱਲ, ਜੇ ਉਹ ਕਹਿੰਦੇ ਸਾਡੇ ਕੋਲ ਰਿਕਾਰਡ ਨਹੀਂ, ਤਾਂ ਪੰਜਾਬ ਦੀ ਸਰਕਾਰ ਨੂੰ ਉਹਨਾਂ ਨੂੰ ਰਿਕਾਰਡ ਪ੍ਰੋਵਾਈਡ ਕਰਨਾ ਚਾਹੀਦਾ ਸੀ ਕਿ ਪੰਜਾਬ ਦੇ ਇੰਨੇ ਬੰਦਿਆਂ ਦੀ ਜਿਹੜੀ ਪੰਜਾਬ ਦੀ ਸਰਕਾਰ ਕੋਲ ਰਿਕਾਰਡ ਹੈਗਾ। ਸਵੈਜ ਸਾਹਿਬ ਤੋਂ ਜਵਾਬ ਲੈ ਲਈਏ। ਸਵੈਜ ਸਾਹਿਬ ਦਾ ਕਮੈਂਟ ਬੜਾ ਜ਼ਰੂਰੀ ਹੈ। ਸਵੈਜ ਸਾਹਿਬ, ਪੰਜਾਬ ਦੀ ਸਰਕਾਰ ਕੋਲ ਰਿਕਾਰਡ ਹੈਗਾ। ਬੜੀ ਸ਼ਰਮ ਦੀ ਗੱਲ ਹੈ, ਬੜੀ ਸ਼ਰਮ ਦੀ ਗੱਲ ਹੈ। ਅਕਾਲੀ ਦਲ ਨੂੰ ਪਤਾ ਹੀ ਨਹੀਂ ਕਿ ਕੀ ਹੋ ਰਿਹਾ ਹੈ। ਤਕਰੀਬਨ 200 ਕਿਸਾਨਾਂ ਜਿਹੜੇ ਜਾਨਾਂ ਗਈਆਂ ਨੇ, ਸ਼ਹੀਦ ਹੋਏ ਨੇ, ਉਹਨਾਂ ਨੂੰ ਪੰਜਾਬ ਸਰਕਾਰ ਮੁਆਵਜ਼ਾ ਦੇ ਚੁੱਕੀ ਹੈਗੀ ਹੈ ਤੇ ਪਾਲਿਸੀ ਅਨਾਉਂਸਮੈਂਟ ਆਪਣੇ ਮੁੱਖ ਮੰਤਰੀ ਨੇ ਕੀਤੀ ਹੋਈ ਹੈ ਕਿ ਇਹਨਾਂ ਨੂੰ ਜਿਹੜੇ ਡੈਥ ਹੋਈ ਹੈ, ਜਿਹਨਾਂ ਦੀ ਸ਼ਹੀਦ ਹੋਏ ਨੇ ਜਿਹੜੇ ਪਰਿਵਾਰਾਂ ਦੇ ਮੈਂਬਰ, ਉਹਨਾਂ ਨੂੰ ਅਸੀਂ ਨੌਕਰੀ ਵੀ ਦੇਵਾਂਗੇ, ਪਰਿਵਾਰ ਪਿੱਛੇ ਇੱਕ ਨੌਕਰੀ ਦੇਵਾਂਗੇ। ਤੇ ਬਾਕੀ ਜਿਹੜੇ ਹੈਗੇ ਹੋਰ ਕਿਸਾਨਾਂ ਤੁਹਾਡੇ ਕੋਲ ਰਿਕਾਰਡ ਹੈ ਪੂਰਾ? ਤਕਰੀਬਨ 550 ਰਿਕਾਰਡ ਤੁਸੀਂ ਅੱਜ ਕਿਉਂਕਿ ਜਿਹੜਾ ਆਫੀਸ਼ੀਅਲੀ ਬਿਆਨ ਆਉਣਾ ਹੈ ਔਨ ਰਿਕਾਰਡ। ਸਵੈਜ ਸਾਹਿਬ ਮੈਂ ਇੱਕ ਮਿੰਟ ਮੇਰੀ ਗੱਲ ਸੁਣ ਲਓ, ਜਿਹੜਾ ਔਨ ਰਿਕਾਰਡ ਬਿਆਨ ਆਉਣਾ ਹੈ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਇਸੇ ਕਰਕੇ ਅੱਜ ਆਪਾਂ ਬਹਿਸ ਇਸ ਤੇ ਕਰ ਰਹੇ ਹਾਂ। ਸੋ ਜੇ ਉਹਨਾਂ ਨੇ ਔਨ ਰਿਕਾਰਡ ਬਿਆਨ ਦੇਤਾ, ਤੁਸੀਂ ਔਨ ਰਿਕਾਰਡ ਉਹਨਾਂ ਨੂੰ ਡਿਟੇਲ ਭੇਜ ਦਿਓ। ਜਦੋਂ ਮਰਜ਼ੀ ਲੈਣ ਸਾਡੇ ਕੋਲੋਂ, ਅਸੀਂ ਭੇਜਣ ਨੂੰ ਤਿਆਰ ਹਾਂ ਜਦੋਂ ਮਰਜ਼ੀ, ਕਿਉਂਕਿ ਅਸੀਂ ਮੁਆਵਜ਼ਾ 200 ਤਕਰੀਬਨ ਕਿਸਾਨਾਂ ਨੂੰ ਦੇ ਚੁੱਕੇ ਹਾਂ। ਨਹੀਂ, ਹੁਣ ਜਦੋਂ ਉਹਨਾਂ ਦਾ ਬਿਆਨ ਹੀ ਆ ਗਿਆ, ਉਹਨਾਂ ਨੇ ਮੰਗਣੀ ਤੇ ਹੈ ਨਹੀਂ, ਤੁਸੀਂ ਆਪਣੇ ਵੱਲੋਂ ਭੇਜ ਦਿਓ।
ਆਪਣੇ ਕੋਲ ਭੇਜਾਂਗੇ, ਕਿਸਾਨਾਂ ਕੋਲ ਮੈਂ ਹਰਜੋਤ ਬੈਂਸ ਹੋਰਾਂ ਦੇ ਥੋੜਾ ਜਿਹਾ ਕਮੈਂਟ ਲੈਣਾ। ਮੈਂ ਸਰੀਨ ਸਾਹਿਬ ਆ ਰਹੇ ਸਮਾਂ ਆਪਣੇ ਕੋਲ ਬਹੁਤ ਘੱਟ ਹੈ। ਹਰਜੋਤ ਬੈਂਸ ਜੀ ਜੀ ਬਰਾੜ ਸਾਹਿਬ ਗੱਲ ਕਾਂਗਰਸ ਦੀ ਕਰੀਏ ਤਾਂ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਿਛਲੇ 6 ਮਹੀਨੇ ਤੋਂ ਕਾਂਗਰਸ ਨੂੰ ਤਾਂ ਪੰਜਾਬ ਦੀ ਫਿਕਰ ਹੀ ਨਹੀਂ ਸੀਗੀ। ਇਹ ਤਾਂ ਆਪਸੀ ਆਪਣੇ ਕਾਟੋ ਕਲੇਸ਼ ਦੇ ਵਿੱਚ ਹੀ ਇਹ ਉਲਝੇ ਰਹੇ, ਹਜੇ ਵੀ ਉਲਝੇ ਹੋਏ ਆ। ਚਾਹੇ ਗੱਲ ਕਿਸਾਨਾਂ ਦੀ ਹੋਵੇ, ਚਾਹੇ ਬੇਰੋਜ਼ਗਾਰਾਂ ਦੀ ਹੋਵੇ, ਚਾਹੇ ਟੀਚਰਾਂ ਦੀ ਹੋਵੇ, ਚਾਹੇ ਕੰਟਰੈਕਟ ਮੁਲਾਜ਼ਮਾਂ ਦੀ ਹੋਵੇ, ਚਾਹੇ ਟਰਾਂਸਪੋਰਟਰਾਂ ਦੀ ਹੋਵੇ, ਚਾਹੇ ਡਾਕਟਰਾਂ ਦੀ ਹੋਵੇ, ਇਹਨਾਂ ਨੂੰ ਪਰਵਾਹ ਨਹੀਂ। ਚਾਹੇ ਬਿਜਲੀ ਦਾ ਮੁੱਦਾ ਹੋਵੇ, ਇਹ ਤਾਂ ਪਿਛਲੇ 6 ਮਹੀਨੇ ਤੋਂ ਅਗਰ ਇਹਨੇ ਦਿੱਲੀ ਗੇੜੇ ਮਾਰਿਆ ਤਾਂ ਕਿਸਾਨਾਂ ਦੇ ਲਈ ਨਹੀਂ ਮਾਰੇ, ਸਿਰਫ ਆਪਣੀ ਕੁਰਸੀਆਂ ਲਈ, ਆਪਣੀ ਨਿੱਜੀ ਲਿਸਟ ਲਈ। ਕਾਂਗਰਸ ਕੀ ਉਮੀਦ ਕਰਦੇ ਆ ਆਪਾਂ, ਦੱਸੋ? ਹਜੇ ਵੀ ਇਹਨਾਂ ਦਾ ਆਪਸੀ ਪਹਿਲਾਂ ਆਪਣਾ ਘਰ ਤਾਂ ਸਹੀ ਕਰ ਲੈਣ, ਪਹਿਲਾਂ ਦੱਸ ਤਾਂ ਲੈਣ ਕਿ ਮੁਖੀ ਕੌਣ ਹੈ। ਕੈਪਟਨ ਅਮਰਿੰਦਰ ਸਿੰਘ ਜੀ ਆਪਣੇ ਫਾਰਮ ਹਾਊਸ ਤੋਂ ਬਾਹਰ ਨਿਕਲੇ ਸਿਰਫ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਦੀ ਕੋਠੀ ਜਾਣ ਲਈ ਨਿਕਲੇ, ਕਿ ਕਦੀ ਨਰਿੰਦਰ ਮੋਦੀ ਨੇ ਆਪਣੀ ਚਿੱਠੀ ਲਿਖੀ ਹੈ, ਕਿ ਕਦੀ ਚਲੋ ਇਸ ਵੇਲੇ ਤਾਂ ਕਿਉਂਕਿ ਕਿਸਾਨੀ ਦਾ ਮਸਲਾ ਹੈ, ਇਸ ਕਰਕੇ ਸਾਰਿਆਂ ਨੂੰ ਇਕੱਠੇ ਹੋ ਕੇ ਸੋਚਣਾ ਚਾਹੀਦਾ ਹੈ, ਘੱਟੋ ਘੱਟ ਇਸ ਵੇਲੇ। ਸਰੀਨ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ ਜੀ। ਸਰੀਨ ਸਾਹਿਬ। ਬਰਾੜ ਸਾਹਿਬ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ। ਫਿਰ ਮੈਂ ਬੂਟਾ ਸਿੰਘ ਸ਼ਾਦੀਪੁਰ ਹੋਰਾਂ ਤੇ ਸਮਾਪਤ ਕਰੂੰਗਾ ਜੀ। ਧਾਰਨੀ ਸਾਹਿਬ ਨੇ 2013 ਦੇ ਕੰਟਰੈਕਟ ਫਾਰਮਿੰਗ ਐਕਟ ਤੇ ਇੱਕ ਸ਼ਬਦ ਨਹੀਂ ਬੋਲਿਆ, ਜਿਹਦੇ ਚ ਇਹਨਾਂ ਨੇ ਕਿਸਾਨਾਂ ਨੂੰ ਜੇਲ੍ਹ ਭੇਜਣ ਦੀ ਪ੍ਰੋਵੀਜ਼ਨ ਕੀਤੀ ਸੀ। ਮੈਂ ਕਹਿੰਦਾ ਹੈਗਾ ਤੁਸੀਂ ਸਰੀਨ ਸਾਹਿਬ ਸਾਰਿਆਂ ਨੂੰ ਦਰਕਿਨਾਰ ਕਰਕੇ ਮਸਲਾ ਹੱਲ ਕਰਾ ਦਿਓ। ਮੈਂ ਕਿਹਾ ਬੂਟਾ ਸਿੰਘ ਜੀ, ਉਹਨਾਂ ਨੂੰ ਮੌਕਾ ਹੀ ਨਾ ਦਿਓ ਪੋਲਿਟਿਕਸ ਕਰਨ ਦਾ। ਬੂਟਾ ਸਿੰਘ ਜੀ ਮੇਰੀ ਬੇਨਤੀ ਮੰਨੋ, ਆਪਾਂ ਸਵੇਰੇ ਗੱਲ ਕਰਾਉਂਦੇ ਆ, ਜਿੱਥੇ ਗੱਲ ਛੁੱਟੀ ਤੁਸੀਂ ਉੱਥੋਂ ਕਰਨ ਨੂੰ ਤਿਆਰ ਹੋ। ਸਰਕਾਰ ਨੇ ਜਿਹੜੀ ਤੁਹਾਨੂੰ ਪ੍ਰਪੋਜ਼ਲ ਦਿੱਤੀ ਹੈ ਕਿ 1.5 ਸਾਲ ਲਈ ਕਾਨੂੰਨ ਇੱਕ ਪਾਸੇ ਰੱਖ ਦਿਓ, ਆਪਾਂ ਇੱਕ ਕਮੇਟੀ ਬਣਾ ਦਿੰਨੇ ਆ, ਤੁਹਾਡੇ ਵੀ ਔਰ ਸਰਕਾਰ ਦੇ ਬੰਦੇ ਜਿਹੜੇ ਬੈਠ ਕੇ ਜੋ ਫੈਸਲਾ ਕਰਨਗੇ ਉਹ ਸਾਰਿਆਂ ਨੂੰ ਮਨਜ਼ੂਰ ਹੋਗਾ। ਤੁਸੀਂ ਇਸ ਗੱਲ ਤੇ ਤਿਆਰ ਹੋ? ਆਪਣਾ ਪੰਚਾਇਤੀ ਫੈਸਲਾ ਤਾਂ ਇਹੀ ਹੋਣਾ ਨਾ ਕਿ ਲਾਸਟ ਕਮੈਂਟ ਤੁਸੀਂ ਉਸ ਤੇ ਮੰਨਣ ਨੂੰ ਤਿਆਰ ਹੋ ਜੀ। ਜੇ ਉਸ ਪਾਸੇ ਹਟੇ ਤੇ ਦੂਜੇ ਕਿਨੇ ਕੰਡੀਸ਼ਨ ਲਾਤੀ ਤੇ ਉਸ ਗੱਲ ਤੇ ਡਾਇਰੈਕਟ ਕੰਡੀਸ਼ਨ ਤੇ ਵੀ ਹੁੰਦੀ ਹੈ। ਅਸੀਂ ਕਹਿੰਦੇ ਆ ਬਾਈ ਤੋਂ ਗੱਲ ਸ਼ੁਰੂ ਕਰਾਓ। ਬਾਈ ਯਾਰ ਮੈਂ ਕਹਿ ਰਿਹਾ ਸ਼ੁਰੂ ਕਰੀਏ ਟੇਬਲ। ਅਸਲ ਦੇ ਵਿੱਚ ਸਰੀਨ ਸਾਹਿਬ ਗੱਲ ਦੋਨਾਂ ਧਿਰਾਂ ਵੱਲੋਂ ਬਿਨਾਂ ਕੰਡੀਸ਼ਨ ਤੋਂ ਨਹੀਂ ਸਰੀਨ ਸਾਹਿਬ ਗੱਲ ਦੋਨਾਂ ਧਿਰਾਂ ਵੱਲੋਂ ਬਿਨਾਂ ਕੰਡੀਸ਼ਨ ਤੋਂ ਹੋਏਗੀ, ਬਿਨਾਂ ਕੰਡੀਸ਼ਨ। ਬਰਾੜ ਸਾਹਿਬ ਨੇ ਰੋਜ਼ ਇਹਨਾਂ ਚੀਜ਼ਾਂ ਤੇ ਬਹਿਸ ਕਰਦਿਆਂ ਨੂੰ ਹੋ ਗਿਆ। ਜੇ ਸਰਕਾਰ ਇਹ ਕਹੇਗੀ ਕਿ ਤੁਸੀਂ ਰੱਦ ਕਰਨ ਦੀ ਗੱਲ ਨੂੰ ਬਿਲਕੁਲ ਬੰਦ ਕਰ ਦਿਓ ਔਰ ਆ ਜਾਓ, ਨਾ ਸਰਕਾਰ ਉਹ ਗੱਲ ਕਰੇ ਨਾ ਕਿਸਾਨ ਉਹ ਗੱਲ ਕਰਨਗੇ, ਤੁਸੀਂ ਇੱਕ ਇਨੀਸ਼ੀਏਟਿਵ ਤਾਂ ਲਓ। ਜਦੋਂ ਕਿਸੇ ਧਿਰ ਵੱਲੋਂ ਵੀ ਸ਼ਰਤ ਹੁੰਦੀ ਹੈ ਫਿਰ ਮੀਟਿੰਗ ਨਹੀਂ ਹੁੰਦੀ, ਔਰ ਉਹੀ ਆਪਾਂ ਦੇਖ ਰਹੇ ਹਾਂ ਕਈ ਮਹੀਨਿਆਂ ਤੋਂ। ਵਿਜੇ ਜੀ ਮੈਨੂੰ ਇੱਕ ਚੀਜ਼ ਦੱਸੋ, ਜਦੋਂ ਇੱਕ ਗੱਲ ਹੋ ਗਈ ਕਿ ਕਾਨੂੰਨ ਨੂੰ ਆਪਾਂ ਪਾਸੇ ਰੱਖ ਦਿੱਤਾ, ਇਹਦਾ ਕੀ ਮਤਲਬ ਹੋਇਆ? ਕਾਨੂੰਨ ਨੂੰ ਪਾਸੇ ਰੱਖ ਦਿੱਤਾ, 5 ਮੈਂਬਰ ਤੁਸੀਂ ਬਹਿ ਜਾਓ, 5 ਮੈਂਬਰ ਸਰਕਾਰ ਦੇ ਬਹਿ ਜਾਂਦੇ ਆ, ਇਹਦੇ ਤੇ ਜੋ ਵਿਚਾਰ ਕਰਨਾ ਕਰ ਲਓ, ਜੋ ਕਿਸਾਨ ਇੱਚ ਹੋਏਗਾ ਆਪਾਂ ਉਹ ਫੈਸਲਾ ਕਰਾਂਗੇ। ਇਹਦੇ ਬਾਅਦ ਬਾਕੀ ਬਚਦਾ ਕੀ ਹੈ? ਕਿਉਂ ਕਿਸਾਨ ਜਥੇਬੰਦੀਆਂ ਭਜਦੇ ਪਈਆਂ ਉਸ ਤੋਂ? ਇਹ ਉਹਨਾਂ ਦੀ ਮਨਸ਼ਾ ਦੇ ਪ੍ਰਸ਼ਨ ਚ ਲੱਗਦਾ ਪਿਆ। ਚਲੋ ਮੈਂ ਤੁਹਾਨੂੰ ਇੱਕ ਆਖਰੀ ਸਵਾਲ ਪੁੱਛ ਰਿਹਾ, ਤੁਸੀਂ ਫਿਰ ਮੁੱਦਾ ਭਟਕ ਜਾਂਦਾ, ਦੂਜੇ ਪਾਸੇ ਚਲਾ ਜਾਂਦਾ। ਜੇ ਤੁਹਾਨੂੰ ਲਿਸਟ ਦੇ ਦਿੰਦੀਆਂ ਕਿਸਾਨ ਜਥੇਬੰਦੀਆਂ, ਤੁਸੀਂ ਮੁਆਵਜ਼ਾ ਦਿਓਗੇ ਕਿਸਾਨਾਂ ਨੂੰ? ਮੈਂ ਉਸ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ, ਕਿਉਂਕਿ ਮੈਂ ਗਵਰਨਮੈਂਟ ਦਾ ਰਿਪਰੈਜ਼ੈਂਟੇਟਿਵ ਨਹੀਂ ਹੈਗਾ, ਮੈਂ ਪਾਰਟੀ ਦਾ ਰਿਪਰੈਜ਼ੈਂਟੇਟਿਵ ਹਾਂ। ਮੇਰਾ ਤਾਂ ਸਿੱਧਾ ਇਹਨਾਂ ਨੂੰ ਪ੍ਰਸ਼ਨ ਹੈਗਾ ਬੂਟਾ ਸਿੰਘ ਜੀ ਨੂੰ ਕਿ ਜਿਹੜਾ ਸਰਕਾਰ ਦੀ ਪ੍ਰਪੋਜ਼ਲ ਸੀਗੀ ਕਿ 1.5 ਸਾਲ ਲਈ ਕਾਨੂੰਨ ਪਾਸੇ ਕਰ ਦਿਓ, 5 ਮੈਂਬਰ ਤੁਹਾਡੇ ਬਹਿ ਜਾਣ, 5 ਸਾਡੇ ਬਹਿ ਜਾਣ ਤੇ ਆਪਾਂ ਸਾਰੇ ਮਸਲੇ ਹੱਲ ਕਰ ਲਈਏ, ਕਿਸਾਨੀ ਹਿੱਤ ਚ ਕਰੀਏ। ਉਹ ਤਾਂ ਬੂਟਾ ਸਿੰਘ ਜੀ ਵੀ ਇਕੱਲੇ ਫੈਸਲਾ ਨਹੀਂ ਲੈ ਸਕਦੇ, ਉਹ ਤਾਂ ਉਹਨਾਂ ਦੀ ਸੰਯੁਕਤ ਕਿਸਾਨ ਮੋਰਚਾ, ਉਹਨਾਂ ਨੇ ਰਲ ਕੇ ਲੈਣਾ। ਠੀਕ ਹੈ, ਮੇਰਾ ਖੁੱਲਾ। ਚਲੋ ਮੈਂ ਮਾਫ ਕਰ ਰਹਾ ਹਾਂ, ਮੇਰੇ ਕੋਲ ਸਮਾਂ ਨਹੀਂ ਬਚਿਆ। ਆਪਾਂ ਫਿਰ ਇਸ ਤੇ ਦੁਬਾਰਾ ਜੁੜਾਂਗੇ, ਫਿਰ ਦੁਬਾਰਾ ਚਰਚਾ ਕਰਾਂਗੇ। ਇਸ ਡਿਬੇਟ ਨੂੰ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਬਹੁਤ ਛੋਟਾ ਜਿਹਾ ਕਮਰਸ਼ੀਅਲ, ਖਬਰਾਂ ਲਗਾਤਾਰ ਜਾਰੀ ਰਹਿਣਗੀਆਂ।